Hello students, I am Sukhvinder from Department of Economics, GGDST College हरियाणा ਹੁਸ਼ਿਆਰਪੁਰ। ਅੱਜ ਅਸੀਂ ਕਰਨਾ ਸਟਾਰਟ ਟੌਪਿਕ ਕਲਾਸੀਕਲ ਮਾਡਲ ਆਫ ਗਰੋਥ ਮਾਡਲਸ ਸਾਡੇ ਸਿਲੇਬਸ ਦੇ ਵਿੱਚ ਹੈਗੇ ਆ ਅਤੇ ਅੱਜ ਅਸੀਂ ਕਲਾਸੀਕਲ ਜਿਹੜਾ ਮਾਡਲ ਆ ਉਹ ਕਰਨਾ। ਜਿਸ ਤਰ੍ਹਾਂ ਨਾਮ ਤੋਂ ਹੀ ਪਤਾ ਲੱਗਦਾ ਕਲਾਸੀਕਲ ਮਾਡਲ ਆ, ਕਲਾਸੀਕਲ ਇਕੋਨਮਿਸਟਸ ਨੇ ਦਿੱਤਾ ਹੋਣਾ, ਐਡਮ ਸਮਿਥ, ਰਿਕਾਰਡੋ, ਮਾਲਥਸ ਨੇ ਦਿੱਤਾ ਇਹ ਮਾਡਲ। ਔਰ ਇਹਦੇ ਵਿੱਚ ਉਹ ਕਹਿੰਦੇ ਕੀ ਆ ਕਿ ਜਿਹੜਾ ਕਲਾਸੀਕਲ ਮਾਡਲ ਆਫ ਗਰੋਥ ਆ, ਦੇਖੋ ਕਿ ਐਡਮ ਸਮਿਥ, ਰਿਕਾਰਡੋ ਅਤੇ ਮਾਲਥਸ ਨੇ ਦਿੱਤਾ। ਉਹਨਾਂ ਨੇ ਕੀ ਕਿਹਾ ਕਿ ਜਿਹੜੀ ਕੈਪੀਟਲਿਸਟਿਕ ਇਕੋਨਮੀ ਹੁੰਦੀ ਹੈ, ਕੋਈ ਵੀ ਪੂੰਜੀਵਾਦੀ ਅਰਥ-ਵਿਵਸਥਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਆਰਥਿਕ ਵਿਕਾਸ ਦੀ ਪ੍ਰਕਿਰਿਆ ਦਾ ਅਲੱਗ-ਅਲੱਗ ਵਿਸ਼ਲੇਸ਼ਣ ਕੀਤਾ ਗਿਆ ਸੀ। ਜੋ ਆਰਥਿਕ ਵਿਕਾਸ ਦੇ ਸੰਬੰਧ ਵਿੱਚ ਹਰੇਕ ਪਰੰਪਰਾਵਾਦੀ ਨੇ ਆਪਣਾ ਵਿਸ਼ਲੇਸ਼ਣ ਆਜ਼ਾਦ ਰੂਪ ਵਿੱਚ ਪ੍ਰਤੀਪਾਦਿਤ ਕੀਤਾ ਹੈ ਅਤੇ ਬਹੁਤ ਸਾਰੇ ਅਰਥ ਸ਼ਾਸਤਰੀਆਂ ਦੇ ਵਿਸ਼ਲੇਸ਼ਣ ਜਿਹੜੇ ਆ ਉਹਨਾਂ ਨੂੰ ਇੱਕ ਸਮੂਹਿਕ ਰੂਪ ਦੇ ਵਿੱਚ ਇਕੱਠਾ ਕਰਕੇ ਇੱਕ ਮਾਡਲ ਬਣਾਇਆ ਗਿਆ ਜਿਸ ਨੂੰ ਕਲਾਸੀਕਲ ਮਾਡਲ ਕਿਹਾ ਜਾਂਦਾ। ਹੁਣ ਇੱਕ ਕੁਐਸਚਨ ਇਹ ਆਉਂਦਾ ਕਿ ਮਾਡਲ ਕੀ ਹੁੰਦਾ। ਮਾਡਲ ਜਿਹੜਾ ਇੰਗਲਿਸ਼ ਲੈਂਗੁਏਜ ਦਾ ਵਰਡ ਹੈ, ਤੁਹਾਨੂੰ ਪਤਾ ਹੀ ਹੈ। ਇੱਕ ਮਾਡਲ ਵਾਸਤਵਿਕਤਾ ਦਾ ਸੰਖਿਪਤ ਸੰਸਕਰਣ ਆ। ਅ ਮਾਡਲ ਇਜ਼ ਅ ਸਮਾਲ ਸਕੇਲ ਰਿਪਲੀਕਾ ਆਫ ਰਿਐਲਿਟੀ। ਮਤਲਬ ਮਾਡਲ ਜਿਹੜਾ ਆਪਾਂ ਨੂੰ ਇਹ ਦਿਖਾ ਦਿੰਦਾ ਕਿ ਅਸਲ 'ਚ ਰਿਐਲਿਟੀ ਕਿੱਦਾਂ ਦੀ ਹੋਏਗੀ। ਜਿੱਦਾਂ ਆਪਾਂ ਗਰੋਥ ਦੀ ਗੱਲ ਕਰਦੇ, ਗਰੋਥ ਤਾਂ ਪੂਰੇ ਇੰਡੀਆ ਦੀ, ਜੇ ਮੰਨ ਲਓ ਗੱਲ ਕਰੀਏ ਪੂਰੇ ਇੰਡੀਆ ਦੀ ਹੈ। ਜੇ ਆਪਾਂ ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਪੂਰੀ ਕੰਟਰੀ ਦਾ ਗਰੋਥ ਆ, ਪਰ ਉਹ ਮਾਡਲ ਸਾਨੂੰ ਦੱਸ ਦਿੰਦਾ ਕਿ ਅਸਲ 'ਚ ਇਹ ਕੀ ਹੋਏਗਾ। ਜਿਸ ਤਰ੍ਹਾਂ ਕੋਈ ਵੀ ਜਦੋਂ ਅਜੂਬਾ ਵੀ ਬਣਦਾ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਮਾਡਲ ਆਉਂਦਾ। ਉਹ ਮਾਡਲ ਤੋਂ ਹੀ ਆਪਾਂ ਲੱਗ ਲੈਂਦੇ ਕਿ ਰਿਐਲਿਟੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਹੋਏਗੀ, ਕਿਸ ਤਰ੍ਹਾਂ ਦਾ ਅਸਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ। ਅਤੇ ਜਿਹੜਾ ਕਲਾਸੀਕਲ ਮਾਡਲ ਆ, ਇਹ ਜਿਹੜਾ ਇਹਦੇ ਵਿੱਚ ਕਿਹਾ ਕੀ ਜਾਂਦਾ, ਇਹਦੇ ਵਿੱਚ ਇਹ ਕਿਹਾ ਜਾਂਦਾ ਕਿ ਲਾਸਟ ਵਾਲੀਆਂ ਲਾਈਨਸ ਦੇਖਿਓ, ਪਰੰਪਰਾਵਾਦੀ ਅਰਥ ਸ਼ਾਸਤਰੀਆਂ ਦੇ ਅਨੁਸਾਰ, ਮਤਲਬ ਕਲਾਸੀਕਲ ਇਕੋਨਮਿਸਟ ਦੇ ਅਨੁਸਾਰ ਇਕਨੋਮਿਕ ਡਿਵੈਲਪਮੈਂਟ ਆ ਜਿਹੜੀ ਉਹ ਪਹਿਲਾਂ ਇੱਕ ਵੱਧਦੇ ਹੋਏ ਰੇਟ 'ਤੇ ਵੱਧਦੀ ਹੈ, ਫਿਰ ਉਹ ਇੱਕ ਸਥਿਰ ਅਵਸਥਾ 'ਤੇ ਸਟੈਟਿਕ ਕੰਡੀਸ਼ਨ ਉਹਦੀ ਆ ਜਾਂਦੀ ਹੈ। ਉਸ ਤੋਂ ਬਾਅਦ ਫਿਰ ਵਿਕਾਸ ਦਾ ਦੂਜਾ ਚੱਕਰ ਸ਼ੁਰੂ ਹੁੰਦਾ ਜਿਹਨੂੰ ਚੱਕਰੀ ਪ੍ਰਕਿਰਿਆ ਕਿਹਾ ਜਾਂਦਾ ਵਿਕਾਸ ਦੀ। ਅਤੇ ਇਹਦੀਆਂ ਜਿਹੜੀਆਂ ਮਾਨਤਾਵਾਂ ਆ, ਸਭ ਤੋਂ ਪਹਿਲਾਂ ਤਾਂ ਕਿ ਅਰਥ ਵਿਵਸਥਾ ਹੈ ਜਿਹੜੀ ਉਹ ਲੈਜ਼ੇ ਫੇਅਰ ਆ। ਲੈਜ਼ੇ ਫੇਅਰ ਦਾ ਮਤਲਬ ਕੀ ਹੁੰਦਾ ਕਿ ਸਰਕਾਰ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਦੂਸਰਾ ਇਹ ਮੰਨਿਆ ਜਾਂਦਾ ਕਿ ਇਕੋਨਮੀ 'ਚ ਸਿਰਫ ਦੋ ਹੀ ਖੇਤਰ ਆ, ਅਦਰਵਾਈਜ਼ ਅੱਜ ਕੱਲ੍ਹ ਆਪਾਂ ਤਿੰਨ ਮੰਨਦੇ ਹੁੰਦੇ ਹਾਂ, ਪ੍ਰਾਇਮਰੀ ਸੈਕਟਰ, ਸੈਕੰਡਰੀ ਅਤੇ ਟਰਸ਼ਰੀ। ਪ੍ਰਾਇਮਰੀ ਐਗਰੀਕਲਚਰਲ ਸੈਕਟਰ, ਸੈਕੰਡਰੀ ਸੈਕਟਰ ਇੰਡਸਟਰੀਅਲ ਸੈਕਟਰ, ਟਰਸ਼ਰੀ। ਪਰ ਇੱਥੇ ਸਿਰਫ ਮਾਨਤਾ ਹੈ, ਸਾਡੀ ਅਜੰਪਸ਼ਨ ਆ, ਜਿਊਮ ਕਰਕੇ ਚੱਲੇ ਹਾਂ ਕਲਾਸੀਕਲ ਮਾਡਲ ਦੇ ਵਿੱਚ ਕਿ ਸਿਰਫ ਦੋ ਹੀ ਸੈਕਟਰਸ ਆ ਇਕੋਨਮੀ ਦੇ ਵਿੱਚ, ਇੱਕ ਹੈਗਾ ਐਗਰੀਕਲਚਰ ਅਤੇ ਇੱਕ ਹੈਗਾ ਇੰਡਸਟਰੀ। ਅਤੇ ਐਗਰੀਕਲਚਰ 'ਤੇ ਮੰਨਿਆ ਜਾਂਦਾ ਕਿ ਲਾਅ ਆਫ ਡਿਮਿਨਿਸ਼ਿੰਗ ਜਿਹੜਾ ਰਿਟਰਨਸ ਆ ਉਹ ਲਾਗੂ ਹੁੰਦਾ ਪਿਆ, ਮਤਲਬ ਘਟਦੇ ਪ੍ਰਤੀਫਲ ਦਾ ਨਿਯਮ, ਕਿ ਜੇ ਤੁਸੀਂ ਐਗਰੀਕਲਚਰ 'ਤੇ ਜ਼ਿਆਦਾ ਇਨਪੁੱਟ ਲਗਾਉਂਦੇ ਜਾਂਦੇ ਹੋ, ਜ਼ਿਆਦਾ ਤੋਂ ਜ਼ਿਆਦਾ ਇਨਪੁੱਟਸ ਜਿਹੜੀਆਂ ਉਹ ਲਗਾਉਂਦੇ ਜਾਓਗੇ, ਜਿੰਨੀਆਂ ਜ਼ਿਆਦਾ ਇਨਪੁੱਟਸ ਤੁਸੀਂ ਲਗਾਓਗੇ ਉਨੀ ਜ਼ਿਆਦਾ ਜਿਹੜੀ ਆਊਟਪੁੱਟ ਆ ਲਗਾਤਾਰ ਘਟਦੀ ਜਾਏਗੀ। ਅਤੇ ਜੇ ਤੁਸੀਂ ਇਹ ਵੀ ਮੰਨਤਾ ਕਿ ਜੇ ਤੁਸੀਂ ਵਰਕਰਸ ਆ, ਜਿਹੜੇ ਲੇਬਰਰਸ ਆ, ਉਹਨਾਂ ਦੇ ਸਟੈਂਡਰਡ ਆਫ ਲਿਵਿੰਗ 'ਚ ਵਾਧਾ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਜੇ ਤੁਸੀਂ ਵਾਧਾ ਕਰ ਦਿੰਦੇ ਆ ਵਰਕਰਸ ਦੇ ਸਟੈਂਡਰਡ ਆਫ ਲਿਵਿੰਗ ਦੇ ਵਿੱਚ, ਤਾਂ ਉਹਨਾਂ ਦੀ ਜਿਹੜੀ ਸਪਲਾਈ ਆ ਉਹਦੇ ਵਿੱਚ ਵਾਧਾ ਹੋ ਜਾਏਗਾ। ਔਰ ਇਹ ਵੀ ਮੰਨਿਆ ਜਾਂਦਾ ਕਿ ਮਜ਼ਦੂਰੀ ਦਾ ਜੀਵਨ ਨਿਰਵਾਹ ਸਿਧਾਂਤ ਲਾਗੂ ਹੁੰਦਾ, ਮਤਲਬ ਕਿ ਸਬਸਿਸਟੈਂਸ ਵੇਜਸ ਆ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਇਹਦੇ ਵਿੱਚ, ਇਹ ਮੰਨ ਕੇ ਚੱਲਦੇ ਆ, ਇਹ ਵੀ ਇੱਕ ਮਾਨਤਾ ਹੈ। ਨੈਕਸਟ ਹੈ ਜਿਹੜਾ ਨੈਕਸਟ ਮਾਨਤਾ ਇਹ ਹੈ ਕਿ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਪ੍ਰੋਡਕਟ ਦਾ ਪ੍ਰਾਈਸ ਆ ਉਹ ਜਿਹੜਾ ਕੌਂਸਟੈਂਟ ਰਹੇਗਾ। ਐਂਡ ਨੈਕਸਟ ਹੈਗਾ ਕਿ ਲੇਬਰ ਅਤੇ ਕੈਪੀਟਲ ਜਿਹੜੇ ਦੋਨੋਂ ਆ, ਇਹਦੇ ਵਿੱਚੋਂ ਦੋਨੇ ਹੀ ਜਿਹੜੇ ਆ ਉਹ ਵੇਰੀਏਬਲ ਆ, ਮਤਲਬ ਲੇਬਰ ਵੀ ਵੇਰੀਏਬਲ ਆ, ਉਹ ਵੀ ਘਟਾਈ ਵਧਾਈ ਜਾ ਸਕਦੀ ਹੈ, ਅਤੇ ਕੈਪੀਟਲ ਵੀ। ਅਤੇ ਸੇ ਦਾ ਨਿਯਮ ਲਾਗੂ ਹੁੰਦਾ। ਸੇ ਦਾ ਨਿਯਮ ਕੀ ਸੀ, ਜਿਸ ਤਰ੍ਹਾਂ ਆਪਾਂ ਮੈਕਰੋ ਇਕਨੋਮਿਕਸ ਕੀਤਾ ਸੀਗਾ, ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ, ਕਿ ਜਦੋਂ ਤੁਸੀਂ ਕਿਸੇ ਪ੍ਰੋਡਕਟ ਦੀ ਸਪਲਾਈ ਕਰ ਦਿੰਦੇ ਹੋ, ਕਿਉਂਕਿ ਤੁਸੀਂ ਚਾਰੇ ਫੈਕਟਰਸ ਆਫ ਪ੍ਰੋਡਕਸ਼ਨ ਕੰਮ 'ਤੇ ਲਗਾਉਂਦੇ ਹੋ, ਲੈਂਡ, ਲੇਬਰ, ਕੈਪੀਟਲ ਅਤੇ ਐਂਟਰਪ੍ਰੇਨਿਓਰ। ਅਤੇ ਤੁਸੀਂ ਜਦੋਂ ਚਾਰੇ ਹੀ ਫੈਕਟਰਸ ਆਫ ਪ੍ਰੋਡਕਸ਼ਨ ਕੰਮ 'ਤੇ ਲਗਾਓਗੇ, ਤਾਂ ਉਹਨਾਂ ਦੀ ਇਨਕਮ ਵੀ ਹੋਏਗੀ, ਰੈਂਟ, ਵੇਜਸ, ਰੇਟ ਆਫ ਇੰਟਰਸਟ ਅਤੇ ਪ੍ਰੋਫਿਟ ਦੀ ਫਾਰਮ ਦੇ ਵਿੱਚ, ਅਤੇ ਉਸ ਇਨਕਮ ਦੇ ਨਾਲ ਉਹ ਜਿਹੜਾ ਪ੍ਰੋਡਕਟ ਬਣਾ ਕੇ ਆਏ ਆ ਉਸ ਨੂੰ ਖਰੀਦ ਲੈਣਗੇ। ਸੇ ਦਾ ਮੰਨਣਾ ਸੀਗਾ। ਅਤੇ ਇਸ ਲਈ ਉਹ ਕਹਿੰਦਾ ਕਿ ਜਦੋਂ ਸਪਲਾਈ ਹੁੰਦੀ ਆ, ਇਨਕਮ ਆਪਣੇ ਆਪ ਹੋ ਜਾਂਦੀ ਹੈ, ਅਤੇ ਉਹ ਆਪਣੀ ਜਿਹੜੀ ਡਿਮਾਂਡ ਆ ਆਪਣੀ ਸਪਲਾਈ ਕ੍ਰੀਏਟ ਕਰ ਲੈਂਦੀ ਹੈ। ਅਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਉਹ ਹੈਗਾ ਕਲਾਸੀਕਲ ਕੰਸੈਪਟ ਆਫ ਇਕਨੋਮਿਕ ਡਿਵੈਲਪਮੈਂਟ। ਕਲਾਸੀਕਲ ਕੰਸੈਪਟ ਦੇ ਵਿੱਚ ਉਹਨਾਂ ਨੇ ਕੀ ਕਿਹਾ, ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਜਿਹੜੀ ਇਨਕਮ ਦੀ ਜਨਰੇਸ਼ਨ ਆਫ ਇਨਕਮ ਦੀ ਜਿਹੜੀ ਸਿਰਜਣਾ ਉਹ ਕਿਸ ਤਰ੍ਹਾਂ ਹੁੰਦੀ ਹੈ। ਅਤੇ ਇਹਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਕਿ ਆਰਥਿਕ ਵਿਕਾਸ ਨੈਚੁਰਲ ਲਾਅ ਦਾ ਨਤੀਜਾ ਹੈ,
ਜਿਹਦੇ ਵਿੱਚ ਹਰੇਕ ਵਿਅਕਤੀ ਦਾ ਇੱਕ ਨਿੱਜੀ ਸਵਾਰਥ ਸਭ ਤੋਂ ਉੱਤਮ ਆ। ਮਤਲਬ ਅਸੀਂ ਆਪਣੇ ਸਵਾਰਥ ਲਈ ਕੰਮ ਕਰਦੇ ਹਾਂ, ਅਸੀਂ ਆਪਣੇ ਨਿੱਜੀ ਸਵਾਰਥ ਦੇ ਲਈ ਆਪਣੀ ਸੇਵਿੰਗ ਕਰਦੇ ਹਾਂ। ਉਹ ਸੇਵਿੰਗ ਆ ਜਿਹੜੀ ਸਵਾਰਥ ਸਾਡਾ ਹੁੰਦਾ ਕਿ ਆਪਾਂ ਆਪਣੇ ਫਿਊਚਰ ਲਈ ਬਚਾਉਣਾ ਚਾਹੁੰਦੇ ਹਾਂ ਜਾਂ ਆਪਾਂ ਰੇਟ ਆਫ ਇੰਟਰਸਟ ਅਰਨ ਕਰਨਾ ਚਾਹੁੰਦੇ ਹਾਂ, ਪਰ ਉਹਦੇ ਕਰਕੇ ਅੱਗੇ ਇਨਵੈਸਟਮੈਂਟ ਵੱਧਦੀ ਹੈ। ਇਨਵੈਸਟਮੈਂਟ ਦੇ ਕਰਕੇ ਅੱਗੇ ਜਿਹੜੀ ਡਿਵੈਲਪਮੈਂਟ ਪ੍ਰੋਸੈਸ ਆ ਉਹ ਸਟਾਰਟ ਹੁੰਦੀ ਹੈ। ਹੁਣ ਜਿਹੜੀ ਇਹਦੀ ਆਰਥਿਕ ਵਿਕਾਸ ਦੀ ਪ੍ਰਕਿਰਿਆ ਆ ਉਸ ਨੂੰ ਪਰੰਪਰਾਵਾਦੀ ਅਰਥਸ਼ਾਸਤਰੀਆਂ ਨੇ ਦੋ ਤਰ੍ਹਾਂ ਐਕਸਪਲੇਨ ਕੀਤਾ, ਕਿਉਂਕਿ ਉਹਨਾਂ ਨੇ ਕਿਹਾ ਹੀ ਹੈ ਕਿ ਪਹਿਲਾਂ ਪ੍ਰੋਗਰੈਸਿਵ ਸਟੇਟ ਆਉਂਦੀ ਹੈ, ਤੁਹਾਡੀ ਇਕਨੋਮਿਕ ਗਰੋਥ ਦੇ ਵਿੱਚ ਵਾਧਾ ਹੁੰਦਾ, ਪਰ ਬਾਅਦ ਵਿੱਚ ਸਟੇਸ਼ਨਰੀ ਸਟੇਟ ਆ ਜਾਂਦੀ ਕਿ ਇਕਨੋਮਿਕ ਗਰੋਥ ਰੁਕ ਜਾਂਦੀ ਹੈ। ਮਤਲਬ ਉਹ ਤੋਂ ਬਾਅਦ ਇੱਕ ਲੈਵਲ ਤੋਂ ਬਾਅਦ ਗਰੋਥ ਰੇਟ ਹੈ ਜਿਹੜਾ ਉਹ ਇੱਕ ਕੌਂਸਟੈਂਟ ਹੋ ਜਾਂਦਾ ਦੁਬਾਰਾ ਤੋਂ। ਅਤੇ ਸਭ ਤੋਂ ਪਹਿਲਾਂ ਪ੍ਰੋਗਰੈਸਿਵ ਸਟੇਟ ਆ। ਪ੍ਰੋਗਰੈਸਿਵ ਸਟੇਟ ਕੀ ਆ? ਪ੍ਰਗਤੀਸ਼ੀਲ ਅਵਸਥਾ ਉਹ ਹੁੰਦੀ ਹੈ ਜਿਹਦੇ ਵਿੱਚ ਲਾਭ ਦੀ ਦਰ ਜ਼ਿਆਦਾ ਹੁੰਦੀ ਹੈ। ਮਤਲਬ ਪ੍ਰੋਗਰੈਸਿਵ ਸਟੇਟ ਦੇ ਵਿੱਚ ਰੇਟ ਆਫ ਜਿਹੜਾ ਪ੍ਰੋਫਿਟ ਆ ਉਹ ਜ਼ਿਆਦਾ ਹੋਏਗਾ, ਕਿਉਂਕਿ ਰੇਟ ਆਫ ਜ਼ਿਆਦਾ ਪ੍ਰੋਫਿਟ ਜ਼ਿਆਦਾ ਹੈ, ਇਸ ਲਈ ਆਪਾਂ ਇਹ ਸੋਚਦੇ ਹਾਂ ਕਿ ਆਪਾਂ ਇਨਵੈਸਟਮੈਂਟ ਕਰ ਲੈਂਦੇ ਹਾਂ, ਨਿਵੇਸ਼ ਜ਼ਿਆਦਾ ਹੋਏਗਾ। ਇਹਦੇ ਕਰਕੇ ਲੋਕ ਆਪਣੀ ਆਮਦਨ ਦਾ ਜ਼ਿਆਦਾ ਹਿੱਸਾ ਜਿਹੜਾ ਉਹ ਨਿਵੇਸ਼ ਕਰ ਦੇਣਗੇ, ਬਚਾ ਕੇ ਪਹਿਲਾਂ ਸੇਵਿੰਗ ਕਰਕੇ ਫਿਰ ਉਹਦਾ ਨਿਵੇਸ਼ ਕਰ ਦੇਣਗੇ। ਫਿਰ ਉਹ ਜਿਹੜੀ ਇਨਵੈਸਟਮੈਂਟ ਆ ਉਹਦੇ ਕਰਕੇ ਕੈਪੀਟਲ ਜਿਹੜੀ ਆ ਫਾਰਮੇਸ਼ਨ ਹੋਏਗੀ, ਕੈਪੀਟਲ ਦਾ ਕਮੂਲੇਸ਼ਨ ਹੋਏਗਾ। ਜਿੱਦਾਂ ਜਿੱਦਾਂ ਕੈਪੀਟਲ ਫਾਰਮੇਸ਼ਨ ਜ਼ਿਆਦਾ ਹੋਏਗੀ, ਕੈਪੀਟਲ ਫਾਰਮੇਸ਼ਨ ਚੈਪਟਰ ਆਪਾਂ ਕਰ ਚੁੱਕੇ ਹਾਂ, ਜਿੱਦਾਂ ਜਿੱਦਾਂ ਕੈਪੀਟਲ ਫਾਰਮੇਸ਼ਨ ਜ਼ਿਆਦਾ ਹੋਏਗੀ ਫਿਰ ਬਿਨਾਂ ਸ਼ੱਕ ਉਤਪਾਦਨ ਵਧੂਗਾ। ਜਦੋਂ ਪ੍ਰੋਡਕਸ਼ਨ ਵਧੂਗੀ ਤਾਂ ਲੋਕੀ ਕੰਮ 'ਤੇ ਲੱਗਣਗੇ, ਪ੍ਰੋਡਕਸ਼ਨ ਵਧਾਉਣ ਲਈ ਲੋਕਾਂ ਨੂੰ ਕੰਮ 'ਤੇ ਲਗਾਓਗੇ ਅਤੇ ਉਹਨਾਂ ਦੀ ਆਮਦਨ ਵਧੇਗੀ। ਇਸ ਤਰ੍ਹਾਂ ਫਿਰ ਜਿਹੜੀ ਆਰਥਿਕ ਵਿਕਾਸ ਦੀ ਜਿਹੜੀ ਦਰ ਆ ਉਹ ਵਧਣੀ ਸ਼ੁਰੂ ਹੋ ਜਾਏਗੀ। ਦੇਖੋ ਹੈ ਪ੍ਰੋਸੈਸ ਸਿੰਪਲ, ਬਹੁਤ ਵਧੀਆ ਤਰ੍ਹਾਂ ਐਕਸਪਲੇਨ ਕੀਤੀ ਉਹਨਾਂ ਨੇ ਕਿ ਅਸੀਂ ਆਪਣੇ ਸਵਾਰਥ ਦੇ ਲਈ ਸੇਵਿੰਗ ਕਰਕੇ ਉਹਨੂੰ ਇਨਵੈਸਟ ਕਰਦੇ ਹਾਂ ਬੈਨੀਫਿਟ ਲੈਣ ਦੇ ਲਈ, ਪਰ ਇਨਵੈਸਟਮੈਂਟ ਹੋਣ ਦੇ ਕਰਕੇ ਕੈਪੀਟਲ ਫਾਰਮੇਸ਼ਨ ਹੁੰਦੀ ਹੈ, ਕੈਪੀਟਲ ਕਮੂਲੇਸ਼ਨ ਹੁੰਦੀ ਹੈ, ਉਹਦੇ ਕਰਕੇ ਪ੍ਰੋਡਕਸ਼ਨ ਵਧਦੀ ਆ, ਇੰਪਲਾਈਮੈਂਟ ਜਨਰੇਟ ਹੁੰਦੀ ਆ, ਇਨਕਮ ਜਨਰੇਟ ਹੁੰਦੀ ਆ, ਅਤੇ ਜਿਹੜੀ ਇਨਕਮ ਜਨਰੇਸ਼ਨ ਦੀ ਪ੍ਰੋਸੈਸ ਆ, ਡਿਵੈਲਪਮੈਂਟ ਦੀ ਪ੍ਰੋਸੈਸ ਆ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ। ਦੈਨ ਪ੍ਰੋਫਿਟ ਫਿਰ ਰੀਇਨਵੈਸਟ ਹੋਏਗਾ, ਇੱਕ ਪ੍ਰੋਸੈਸ ਸ਼ੁਰੂ ਹੋ ਜਾਏਗੀ। ਅਤੇ ਇਹਨੂੰ ਐਕਸਪਲੇਨ ਕੀਤਾ ਐਡਮ ਸਮਿਥ ਨੇ ਕੀ ਕਿਹਾ ਕਿ ਜਿਹੜੀ ਇਹ ਪ੍ਰੋਗਰੈਸਿਵ ਸਟੇਟ ਹੁੰਦੀ ਹੈ, ਪ੍ਰੋਗਰੈਸਿਵ ਸਟੇਟ ਦੇ ਵਿੱਚ ਹਮੇਸ਼ਾ ਡਿਵੀਜ਼ਨ ਆਫ ਲੇਬਰ ਆ ਜਿਹੜਾ ਉਹ ਉਹਦੇ ਕਰਕੇ ਹੁੰਦੀ ਹੈ। ਡਿਵੀਜ਼ਨ ਆਫ ਲੇਬਰ ਕਿ ਤੁਹਾਡੇ ਕੋਲ ਜ਼ਿਆਦਾ ਲੇਬਰਰਸ ਕੰਮ ਕਰਦੇ ਆ, ਤੁਸੀਂ ਉਹਨਾਂ ਦੀ ਅਬਿਲਿਟੀ ਦੇ ਅਕੋਰਡਿੰਗ, ਉਹਨਾਂ ਦੀਆਂ ਲੇਬਰਰਸ ਦੀਆਂ ਸਕਿੱਲਸ ਦੇ ਅਕੋਰਡਿੰਗ ਕੰਮ ਨੂੰ ਵੰਡ ਦੋਗੇ ਉਹਨਾਂ 'ਚ। ਜਦੋਂ ਉਹਨਾਂ ਨੂੰ ਆਪਣੀ ਸਕਿੱਲ ਦੇ ਅਕੋਰਡਿੰਗ ਕੰਮ ਮਿਲੇਗਾ ਤਾਂ ਬਿਨਾਂ ਸ਼ੱਕ ਜਿਹੜੇ ਲੇਬਰਰਸ ਹੈਗੇ ਆ ਉਹ ਉਹਨਾਂ ਦੀ ਜਿਹੜੀ ਆਊਟਪੁੱਟ ਆ ਉਹ ਜ਼ਿਆਦਾ ਆਏਗੀ। ਅਤੇ ਦੂਸਰਾ ਇਹਦੇ ਵਿੱਚ ਵਿਊ ਆ ਜਿਹੜਾ ਉਹ ਜਿਹੜੀ ਉਹਨਾਂ ਦੀ ਡਿਵੀਜ਼ਨ ਆਫ ਲੇਬਰ ਹੋਣ ਦੇ ਕਰਕੇ ਉਹਨਾਂ ਦੀ ਜਿਹੜੀ ਆਊਟਪੁੱਟ ਆ ਉਹ ਜ਼ਿਆਦਾ ਆਏਗੀ, ਔਰ ਇਹਦੇ ਕਰਕੇ ਜਿਹੜੀ ਤੁਹਾਡੀ ਰਾਸ਼ਟਰੀ ਆਮਦਨ ਆ, ਰਾਸ਼ਟਰੀ ਉਤਪਾਦਨ ਆ, ਮਤਲਬ ਪਹਿਲਾਂ ਤਾਂ ਉਤਪਾਦਨ 'ਚ ਵਾਧਾ ਹੋਏਗਾ, ਦੈਨ ਉਹਦੇ ਨਾਲ ਫਿਰ ਇਨਕਮ ਦੇ ਵਿੱਚ ਵੀ ਵਾਧਾ ਹੋਏਗਾ। ਫਿਰ ਦੂਸਰੀ ਸਟੇਟ ਆ ਜਿਹੜੀ ਉਹ ਸਟੇਟ ਦਿੱਤੀ ਹੈ ਸਾਨੂੰ ਐਡਮ ਰਿਕਾਰਡੋ ਨੇ। ਰਿਕਾਰਡੋ ਕਹਿੰਦਾ ਕਿ ਜਿਹੜੀ ਪ੍ਰੋਗਰੈਸਿਵ ਸਟੇਟ ਆ ਉਹਦੇ ਵਿੱਚ ਤਾਂ ਤੁਹਾਡਾ ਕਿਉਂਕਿ ਰੇਟ ਆਫ ਪ੍ਰੋਫਿਟ ਜ਼ਿਆਦਾ ਆ, ਉਹਦੇ ਕਰਕੇ ਇਨਵੈਸਟਮੈਂਟ ਜ਼ਿਆਦਾ ਆ, ਪਰ ਇਹ ਜਿਹੜਾ ਰੇਟ ਆਫ ਪ੍ਰੋਫਿਟ ਆ ਇਹ ਹਮੇਸ਼ਾ ਜ਼ਿਆਦਾ ਨਹੀਂ ਰਹਿੰਦਾ। ਇਹ ਇੱਕ ਲੈਵਲ ਆ ਜਾਂਦਾ ਜਦੋਂ ਰੇਟ ਆਫ ਪ੍ਰੋਫਿਟ ਆ ਜਿਹੜਾ ਜ਼ੀਰੋ ਹੋ ਜਾਂਦਾ। ਜਦੋਂ ਰੇਟ ਆਫ ਪ੍ਰੋਫਿਟ ਜ਼ੀਰੋ ਹੋ ਜਾਏਗਾ ਤਾਂ ਇਨਵੈਸਟਮੈਂਟ ਵੀ ਬਿਨਾਂ ਸ਼ੱਕ ਤੁਸੀਂ ਇਨਵੈਸਟ ਕਾਹਦੇ ਲਈ ਕਰਦੇ ਹੋ? ਪ੍ਰੋਫਿਟ ਕਮਾਉਣ ਲਈ। ਜੇ ਤੁਹਾਡਾ ਪ੍ਰੋਫਿਟ ਹੀ ਨਹੀਂ ਹੈ ਤਾਂ ਤੁਹਾਡੀ ਇਨਵੈਸਟਮੈਂਟ ਵੀ ਜ਼ੀਰੋ ਹੋ ਜਾਏਗੀ, ਅਤੇ ਉਹਦੇ ਨਾਲ ਇਕੋਨਮੀ ਦੇ ਵਿੱਚ ਸਟੇਸ਼ਨਰੀ ਸਟੇਟ ਮਤਲਬ ਇੱਕ ਸਥਿਰ ਅਵਸਥਾ ਜਿਹੜੀ ਉਹ ਆ ਜਾਏਗੀ। ਇਹਦੇ ਲਈ ਜਿਹੜਾ ਰਿਕਾਰਡੋ ਨੇ ਜ਼ਿੰਮੇਵਾਰ ਕਾਰਨ ਮੰਨਿਆ, ਉਹਨੇ ਮੰਨਿਆ ਵੀ ਜਨਸੰਖਿਆ ਵੱਧ ਜਾਂਦੀ ਹੈ। ਪਹਿਲਾਂ ਤਾਂ ਪ੍ਰਗਤੀਸ਼ੀਲ ਅਵਸਥਾ ਦੇ ਵਿੱਚ ਜਨਸੰਖਿਆ ਵੱਧਦੀ ਆ, ਪੂੰਜੀ ਦੀ ਮਾਤਰਾ ਵੱਧਦੀ ਆ, ਇਹਦੇ ਕਰਕੇ ਜਨਸੰਖਿਆ ਵੱਧ ਜਾਂਦੀ। ਫਸਟ ਸਟੇਟ ਜਿਹੜੀ ਪ੍ਰੋਗਰੈਸਿਵ ਸਟੇਟ ਸੀਗੀ ਉਹਦੇ ਵਿੱਚ ਪਾਪੂਲੇਸ਼ਨ ਵੀ ਵੱਧ ਜਾਂਦੀ ਆ, ਬਿਨਾਂ ਸ਼ੱਕ ਕੈਪੀਟਲ ਕਮੂਲੇਸ਼ਨ ਵੀ ਜ਼ਿਆਦਾ ਹੋ ਜਾਂਦੀ ਆ। ਪਰ ਕਿਉਂਕਿ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਲਾਗੂ ਹੁੰਦੇ ਪਏ ਆ, ਇਹਦੇ ਕਰਕੇ ਫਿਰ ਜਿਹੜੀ ਖੇਤੀ ਦੀ ਘੱਟ ਉਪਜਾਊ ਜ਼ਮੀਨ ਆ ਸਾਨੂੰ ਉਹ 'ਤੇ ਵੀ ਖੇਤੀ ਕਰਨੀ ਪੈਂਦੀ ਹੈ। ਜਦੋਂ ਅਸੀਂ ਘੱਟ ਉਪਜਾਊ ਜ਼ਮੀਨ 'ਤੇ ਵੀ ਖੇਤੀ ਕਰਾਂਗੇ ਬਿਨਾਂ ਸ਼ੱਕ ਸਾਡਾ ਉੱਤੇ ਖਰਚ ਜ਼ਿਆਦਾ ਆਏਗਾ, ਅਤੇ ਸਾਡਾ ਜਿਹੜੀ ਆਊਟਪੁੱਟ ਆ ਉਹ ਘੱਟ ਹੋਏਗੀ, ਜਿਹਦੇ ਨਾਲ ਪ੍ਰਾਈਜ਼ਸ ਦੇ ਵਿੱਚ ਵਾਧਾ ਹੋ ਜਾਏਗਾ। ਜਦੋਂ ਪ੍ਰਾਈਜ਼ਸ ਦੇ ਵਿੱਚ ਵਾਧਾ ਹੋਏਗਾ ਤਾਂ ਬਿਨਾਂ ਸ਼ੱਕ ਜਦੋਂ ਪ੍ਰਾਈਜ਼ਸ ਦੇ ਵਿੱਚ ਵਾਧਾ ਹੋਏਗਾ ਅਨਾਜ ਜਿਹੜਾ ਮਹਿੰਗਾ ਹੋ ਜਾਏਗਾ, ਅਤੇ ਜਿਹੜੇ ਲੇਬਰਰਸ ਆ ਉਹਨਾਂ ਨੂੰ ਆਪਣੇ ਜੀਵਨ ਨਿਰਵਾਹ ਦੇ ਲਈ ਜ਼ਿਆਦਾ ਨਗਦ ਮਜ਼ਦੂਰੀ ਦੀ ਲੋੜ ਪਏਗੀ। ਫਿਰ ਜਦੋਂ ਉਹਨਾਂ ਦੀ ਮਜ਼ਦੂਰੀ ਦੀ ਦਰ ਵਧਾਉਣੀ ਪਏਗੀ ਤਾਂ ਬਿਨਾਂ ਸ਼ੱਕ ਬਿਜ਼ਨਸਮੈਨ ਦਾ ਪ੍ਰੋਫਿਟ ਘੱਟ ਜਾਏਗਾ, ਅਤੇ ਇੱਦਾਂ ਉਹਦਾ ਜਿਹੜਾ ਪ੍ਰੋਫਿਟ ਐਂਡ 'ਚ ਜ਼ੀਰੋ ਹੋ ਜਾਏਗਾ। ਜਦੋਂ ਪ੍ਰੋਫਿਟ ਜ਼ੀਰੋ 'ਤੇ ਪਹੁੰਚ ਜਾਏਗਾ ਤਾਂ ਬਿਨਾਂ ਸ਼ੱਕ ਜਿਹੜੀ ਇਨਵੈਸਟਮੈਂਟ ਆ ਉਹਨੂੰ ਵੀ ਜਿਹੜਾ ਉਹ 'ਤੇ ਨੈਗੇਟਿਵ ਇੰਪੈਕਟ ਪਏਗਾ। ਇਨਵੈਸਟਮੈਂਟ ਆ ਜਿਹੜੀ ਉਹ ਘੱਟ ਕਰ ਦਿੱਤਾ ਜਾਏਗਾ। ਅਤੇ ਆਹ ਦੇਖੋ ਦਿਖਾਇਆ ਗਿਆ W ਆ ਜਿਹੜਾ ਵੇਜ ਰੇਟ ਆ, ਜਿਹੜੇ ਵੇਜਸ ਆ ਸਬਸਿਸਟੈਂਸ ਵੇਜਸ ਆ। ਸ਼ੁਰੂ ਦੇ ਵਿੱਚ ਪ੍ਰੋਗਰੈਸਿਵ ਸਟੇਟ ਦੇ ਵਿੱਚ ਜਿਹੜੀ ਆਊਟਪੁੱਟ ਆ ਉਹ ਵੱਧਦੀ ਹੈ, ਰਿਗਰੈਸਿਵ ਸਟੇਟ ਆਉਂਦੀ ਹੈ ਜਦੋਂ ਦੇਖੋ ਇੱਥੇ ਤੱਕ ਜਿਹੜੀ ਆਊਟਪੁੱਟ ਆ ਉਹ ਵੱਧਦੇ ਰੇਟ 'ਤੇ ਵੱਧਦੀ ਹੈ, ਪਰ ਇੱਥੇ ਤੱਕ ਜਿਹੜੀ ਆਊਟਪੁੱਟ ਆ ਉਹ ਘੱਟਦੇ ਰੇਟ 'ਤੇ ਵੱਧਦੀ ਹੈ, ਅਤੇ ਇੱਥੇ ਜਾ ਕੇ ਜਿਹੜੀ ਸਾਡੀ ਆਊਟਪੁੱਟ ਆ ਇੱਕ ਤਰ੍ਹਾਂ ਦੇ ਨਾਲ ਕੌਂਸਟੈਂਟ ਹੁੰਦੀ ਪਈ ਹੈ, ਕਿਉਂਕਿ ਸਾਡੀ ਜਿਹੜੀ
ਪ੍ਰੋਫਿਟ ਜ਼ੀਰੋ ਹੋ ਗਿਆ, ਜਿਹਦੇ ਕਰਕੇ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਉਹ ਵੀ ਘਟ ਜਾਏਗੀ ਤੇ ਇਸ ਦੇ ਕਰਕੇ ਜਿਹੜੀ ਸਟੇਸ਼ਨਰੀ ਸਟੇਟ ਆ ਉਹ ਆ ਜਾਏਗੀ। ਔਰ ਇਹ ਸੀ ਕਲਾਸੀਕਲ ਮਾਡਲ ਆਫ ਗਰੋਥ। ਤੇ ਕੱਲ੍ਹ ਆਪਾਂ ਇਸ ਦਾ ਅਗਲਾ ਪਾਰਟ ਕਰਾਂਗੇ। ਉਦੋਂ ਤੱਕ ਲਈ ਇਹਨੂੰ ਧਿਆਨ ਨਾਲ ਸੁਣ ਲਓ, 2 ਵਾਰ ਸੁਣ ਲਓ, 3 ਵਾਰ ਸੁਣ ਲਓ। ਨੈਕਸਟ ਆਪਾਂ ਜਿਹੜਾ ਉਹ ਜਦੋਂ ਤੱਕ ਸਮਝ ਨਹੀਂ ਆਉਂਦਾ ਉਦੋਂ ਤੱਕ ਸੁਣ ਲਓ। ਨੈਕਸਟ ਆਪਾਂ ਕੱਲ੍ਹ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ ਅਗਲਾ ਪਾਰਟ। ਥੈਂਕ ਯੂ ਸੋ ਮਚ।